ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਘਾਣਾ, ਮਨ ਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਐਸਾ ਕਿਉਂ ਕਹਿ ਦਿੱਤਾ ਹੈ? ਦਰਅਸਲ ਇੱਕ ਇੱਛਾ ਪੂਰੀ ਹੋ ਜਾਏ, ਪੂਰੀ ਹੁੰਦਿਆਂ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੀ। ਬੜੇ ਧਿਆਨ ਨਾਲ ਸੁਣਨਾ। ਉਹ 10 ਇੱਛਾਵਾਂ ਪੂਰੀਆਂ ਹੋਵਨ, ਘੱਟ ਤੋਂ ਘੱਟ 100 ਇੱਛਾਵਾਂ ਨੂੰ ਜਨਮ ਦੇ ਜਾਂਦੀਆਂ। ਅਵਲ ਤੇ ਐਸਾ ਹੋਣਾ ਨਹੀਂ। ਅਗਰ ਉਹ 100 ਇੱਛਾਵਾਂ ਵੀ ਪੂਰੀਆਂ ਹੋਵਨ, ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ। ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਵਨ, ਇਤਨੀ ਜ਼ਿੰਦਗੀ ਨਹੀਂ ਹੈ, ਇਤਨਾ ਜੀਵਨ ਹੀ ਨਹੀਂ ਹੈ। ਖਾਹਿਸ਼ਾਂ ਦੇ ਬੋਝ ਤਲੇ, ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦਬ ਕੇ ਰਹਿ ਜਾਂਦੀ। ਹਰ ਮਨੁੱਖ ਦਬਿਆ ਜੀਵਦਾ ਹੈ। ਬੋਝ ਕੀ ਹੈ? ਇੱਛਾਵਾਂ ਦਾ। ਮਨੁੱਖ ਕਿਤਨਾ ਵੀ ਸਿਆਣਾ ਕਿਉਂ ਨਾ ਹੋਵੇ, ਦਾਰਸ਼ਨਿਕ ਹੈ, ਫਿਲਾਸਫਰ ਹੈ, ਚਿੰਤਕ ਹੈ, ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ। ਬਣੀ ਰਹਿੰਦੀ ਹੈ। ਇੱਕ ਇੱਛਾ ਪੂਰੀ ਹੋ ਜਾਏ, 10 ਹੋਰ ਪੈਦਾ ਹੋ ਜਾਂਦੀ ਹੈ। ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ। ਧਾਰਮਿਕ ਗਿਆਨ ਇਹ ਕਹਿੰਦਾ ਹੈ, ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ ਤੇ ਉਦਾਸ ਦਾ ਮਤਲਬ ਉਦ ਆਸਣ, ਆਪਣੇ ਕੋਲ ਆਸਣ, ਆਪਣੇ ਨੇੜੇ ਨਹੀਂ ਆਇਆ। ਤੋ ਆਪਣੇ ਨੇੜੇ ਤੇ ਉਹੀ ਆਵੇਗਾ ਜੋ ਸਾਰਿਆਂ ਤੋਂ ਉਦਾਸ ਹੋ ਗਏ, ਸਭ ਕੁਝ ਤੋਂ ਉਦਾਸ ਹੋ ਗਏ। ਮਨੁੱਖ ਆਪਣੇ ਨੇੜੇ ਨਹੀਂ ਆਉਂਦਾ। ਮੈਂ ਦੁਹਰਾ ਦੇਣਾ, ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ, ਆਪਣੇ ਬਾਰੇ ਨਹੀਂ ਜਾਣਦਾ, ਕਿਉਂਕਿ ਪਤਨੀ ਦੇ ਨੇੜੇ, ਆਪਣੇ ਤੋਂ ਤੇ ਦੂਰ ਹੈ। ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਹੈ, ਉਹਦੀ ਕਮਜ਼ੋਰੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗਣਾਂ ਨੂੰ, ਉਹਦੇ ਸੁਭਾਅ ਨੂੰ, ਜਿਤਨਾ ਜਾਣਦੀ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ। ਕਿਉਂ? ਪਤੀ ਦੇ ਨੇੜੇ, ਆਪਣੇ ਤੋਂ ਦੂਰ ਹੈ। ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ, ਕਿਉਂਕਿ ਨੇੜੇ ਹੈ। ਪੁੱਤਰ ਦੇ ਸੁਭਾਅ ਨੂੰ ਜਾਣਦਾ ਹੈ, ਪੁੱਤਰ ਦੇ ਗੁਣਾਂ ਨੂੰ ਜਾਣਦਾ ਹੈ, ਪੁੱਤਰ ਦੇ ਔਗਣਾਂ ਨੂੰ ਜਾਣਦਾ ਹੈ। ਆਪਣੇ ਤੋਂ ਚੂੰਕਿ ਦੂਰ ਰਹਿੰਦਾ ਹੈ, ਆਪਣੇ ਦੀ ਕੋਈ ਸਮਝ ਨਹੀਂ। ਉਦਾਸ, ਆਪਣੇ ਵਿੱਚ ਆਸਨ, ਆਪਣੇ ਨੇੜੇ ਕੌਣ ਆਉਂਦਾ ਹੈ? ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ। ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ। ਨਿਰਾਸ਼ ਮਨੁੱਖ ਕਦੋਂ ਆਉਂਦਾ ਹੈ? ਜਦ ਇਹ ਸਮਝ ਆ ਜਾਂਦੀ ਹੈ, ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਮੈਨੂੰ ਆਨੰਦ ਨਹੀਂ ਮਿਲ ਸਕਦਾ। ਜੈਸੇ ਇਹ ਸਮਝ ਆਉਂਦੀ ਹੈ, ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ। ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ। ਆਸਾ ਵਿੱਚ ਅਤ ਦੁੱਖ ਘਣਾ, ਮਨ ਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਨਿਰਾਸ਼ ਹੋਣ ਦਾ, ਉਦਾਸ ਹੋਣ ਦਾ ਇੱਕ ਜੋ ਢੰਗ ਕੱਢਿਆ ਸੀ, ਬਈ ਉਜਾੜ ਦੇ 'ਚ ਚਲੇ ਜਾਓ, ਬਿਆਬਾਨ ਜੰਗਲ ਦੇ ਚਲੇ ਜਾਓ ਤੇ ਉੱਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ। ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਜਾੜ ਦੇ 'ਚ ਜਾਣ ਦੀ ਕੀ ਲੋੜ ਹੈ? ਸਦਨ ਨੂੰ ਉਜਾੜ ਸਮਝ। ਸਦਨ ਕਹਿੰਦੇ ਨੇ ਘਰ ਨੂੰ। ਬਨ ਸੇ ਸਦਨ, ਬਨ ਜੈਸਾ ਹੀ ਸਦਨ ਨੂੰ ਸਮਝ। ਘਰ ਨੂੰ ਹੀ ਉਜਾੜ ਸਮਝ ਲੈ। ਕੀ ਹੈ ਤੇਰੇ ਘਰ ਦੇ 'ਚ? ਸਿਰਫ ਘਰ ਨੂੰ ਹੀ ਉਜਾੜਨਾ,
ਬਨ ਸੇ ਸਦਨ ਸਭੈ ਕਰ ਸਮਝੋ। ਘਰ ਦੇ 'ਚ ਜੋ ਕੁਛ ਵੀ ਹੈ ਸਭ ਕੁਛ ਉਜਾੜ ਸਮਝਦਾ ਹੈ। ਬੜੇ ਕਠੋਰ ਜਿਹਾ ਬਚਨ ਲੱਗਣਗੇ, ਪਰ ਮੈਂ ਅਰਜ਼ ਕਰਾਂ, ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ 'ਚ ਹਾਊਸ ਅਰੈਸਟ ਕਰ ਲਿਆ ਜਾਏ ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ, ਯਕੀਨ ਜਾਣੋ ਘਰ ਉਜਾੜ ਬਣ ਜਾਏਗਾ, ਘਰ ਦੀਆਂ ਦੀਵਾਰਾਂ ਖਾਣ ਨੂੰ ਪੈਣਗੀਆਂ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ ਘਰ ਦੀ ਗੱਲ ਛੱਡ, ਸਾਰਾ ਸ਼ਹਿਰ ਹੀ ਉਜਾੜ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿੰਦਾ ਬਹੁਤ ਵੱਡਾ ਸ਼ਹਿਰ, ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ। ਮਨੁੱਖ ਤੇ ਮਨੁੱਖ ਨਾਲੋਂ ਟੁੱਟਿਆ ਹੈ, ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ। ਇਸ ਨੂੰ ਤੂੰ ਵੱਡਾ ਸ਼ਹਿਰ ਪਿਆ ਕਹਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ। ਜੈਸੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਸਭ ਕੁਝ ਤੋਂ ਨਿਰਾਸ਼ ਆਉਂਦਾ ਹੈ। ਹੁਣ ਮੈਂ ਅਰਜ਼ ਕਰਾਂ, 3 ਸਾਧਨ ਵਿਦਵਾਨ ਮੰਨਦੇ ਨੇ, 3 ਕਾਰਨ ਟੋਟਲੀ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਪ੍ਰਥਮ, ਬਹੁਤ ਗਹਿਰਾ ਸਤਸੰਗੀ ਹੋਵੇ, ਗਹਿਰਾ ਸਰੋਤਾ ਹੋਵੇ, ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ। ਜੋ ਗਹਿਰਾ ਸੁਣਦਾ ਨਹੀਂ, ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ 'ਚ ਲੈ ਜਾਣੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਯਕੀਨ ਜਾਣੋ ਦਰਖਤ ਉੱਪਰ ਵੀ ਨਹੀਂ ਉੱਡ ਸਕਦਾ। ਜੋ ਗਹਿਰਾ ਸਰੋਤਾ ਨਹੀਂ, ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ, ਕਤਈ ਨਹੀਂ ਉੱਚੀ। ਬੋਲ ਉੱਚੇ ਕਿਸ ਦੇ ਹੋਣਗੇ, ਸਮਝ ਉੱਚੀ ਕਿਸ ਦੀ ਹੋਵੇਗੀ? ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ, ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ। ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ। ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ, ਨਿਰਾਸ਼ ਕਰ ਦੇਗਾ। ਇੱਕ ਦਿਨ ਦੀ ਜਪੀ ਹੋਈ ਸੁਖਮਨੀ ਇਹਨੂੰ ਨਿਰਾਸ਼ ਕਰ ਦੇਗੀ, ਉਦਾਸ ਕਰ ਦੇਗੀ। ਕਿਉਂ? ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰੂ ਬਚਨ ਮਨ ਤੀਰ ਲਗਈਆ। ਮਨ ਕੀ ਬਿਰਤਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਕੱਲ੍ਹ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ। ਭਗਤ ਕਬੀਰ ਜਿਸ ਢੰਗ ਨਾਲ ਇਸ ਨੂੰ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲੱਗਿਆ, ਤੀਰ ਐਸਾ ਲੱਗਿਆ, ਸ਼ਬਦ ਮਨ ਨੂੰ ਛੋਏਗਾ, ਮਨ ਨੂੰ ਚੋਟ ਕਰੇਗਾ। ਜਿਤਨੇ ਚਿਰ ਤੱਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ, ਸਮਝ ਲਓ ਇਸਨੇ ਸੁਣਿਆ ਹੀ ਨਹੀਂ ਹੈ। ਮਨ ਸਰੋਤਾ ਬਣੇ, ਜ਼ਬਾਨ ਵਕਤਾ ਬਣੇ। ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ, ਇਹ ਵਕਤਾ ਬਣੇ। ਮਨ ਸਰੋਤਾ ਬਣੇ, ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ, ਮਨ ਵੀ ਵਕਤਾ ਬਣਦਾ। ਮਨ ਹਰ ਵਕਤ ਬੋਲਦਾ ਹੈ, ਨਹੀਂ ਚੁੱਪ ਕਰਦਾ, ਇਹ ਸੁਣਦਾ ਹੀ ਨਹੀਂ। ਮਨ ਦੀ ਸੁਣਨ ਦੀ ਆਦਤ ਹੀ ਨਹੀਂ, ਕਿ ਜਦ ਸੁਣਦਾ ਹੀ ਨਹੀਂ ਤਾਂ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ। ਉਖੜੇ ਉਖੜੇ ਲੋਕ ਅਕਸਰ ਸਤਸੰਗ ਦੇ 'ਚ ਬੈਠੇ ਹੁੰਦੇ ਨੇ, ਉਖੜ ਉਖੜ ਕੇ ਲੋਕੀ ਪਾਠ ਕਰਦੇ ਨੇ। ਸੁਣਨਾ ਕਠਿਨ ਹੈ। ਅਗਰ ਕੋਈ ਸੁਣ ਲਵੇ, ਮਹਾਰਾਜ ਕਹਿੰਦੇ ਨੇ, ਦੁਹਰਾਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਕਬੀਰ ਕਹਿੰਦੇ ਨੇ, ਗੁਰੂ ਦਾ ਸ਼ਬਦ ਮੈਂ ਕੀ ਸੁਣਿਆ, ਗੂੰਗਾ ਹੋ ਗਿਆ। ਮੈਂ ਮਿੱਥਿਆ ਨਹੀਂ ਬੋਲਦਾ, ਕੌੜਾ ਨਹੀਂ ਬੋਲਦਾ, ਫਿੱਕਾ ਨਹੀਂ ਬੋਲਦਾ, ਵਿਅਰਥ ਨਹੀਂ ਬੋਲਦਾ। ਜ਼ਬਾਨ ਤੋਂ ਗੂੰਗਾ ਹੋ ਗਿਆ। ਜਿੰਨੀ ਪੀੜਾ ਹੋਈ ਹੈ ਤੀਰ ਦੇ ਲੱਗਣ ਨਾਲ, ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਪਰ ਜਿਤਨਾ ਰਸ ਆ ਰਿਹਾ ਹੈ, ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਇੱਕੋ ਹੀ ਪੀੜਾ ਹੈ,
ਭਗਤ ਚਾਹੁੰਦੇ ਨੇ ਬਣੀ ਰਹੇ। ਬਾਕੀ ਹਰ ਪੀੜ ਤੋਂ ਮਨੁੱਖ ਛੁਟਕਾਰਾ ਚਾਹੁੰਦਾ ਹੈ। ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ, ਉਹਦਾ ਇੱਕ ਅਨੁਭਵ ਹੁੰਦਾ ਹੈ, ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ, ਆਪਣੀ ਪਿਆਸ ਬਣੀ ਰਹਿਣ ਦੇ, ਆਪਣੀ ਤੜਪ ਬਣੀ ਰਹਿਣ ਦੇ। ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ, ਉਹਦੀ ਇਹ ਤੜਪ ਆਉਂਦੀ ਹੈ। ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਝ ਬਿਆਨ ਕਰਦਾ ਹੈ, ਯਾ ਰੱਬ ਦੁਆਏ ਵਸਲ ਨਾ ਹਰਗਿਜ਼ ਕਬੂਲ ਹੋ, ਫਿਰ ਦਿਲ में क्या रहेगा जो हसरत निकल गई। हे प्रभु, हे खुदा, हर वक्त मैनू तड़पण दे, दुआ करन दे, तेरे अगों मैं फरियाद करदा रवां, नहीं मिलदा ना मिल। कम से कम मैनू फरियाद करन दे। इस फरियाद दे च भी रस है, इस फरियाद दे च भी आनंद है। जद कदी कोई गहराई नाल अरदास करदा है, प्रार्थना करदा है, यकीन जानो उस च भी आनंद है, उस च भी रस है। इक्को एक पीड़ा है जिहदे च महा रस है। कबीर कहते मैं गूंगा हो गया, नहीं बयान कर सकता। गूंगा हुआ बावरा, बावरे तो मुराद पागल इत्थे नहीं है, बावरे तो मुराद भोला, भोला हो गया। भोला मनुख अंदरों बाहरों एक होंदा है, ये मैं अर्ज करदा। चलाक मनुख बाहरों कुछ होर होंदा है, अंदरों कुछ होर होंदा है। जिन्हों बाबा फरीद इंज कहते हैं, जिन मन होर मुख होर से कांडे कच्चिया। औरंगजेब भी 2 वक्त कुरान की तलावत करता है, 5 वक्त नमाज पढ़ता है, जुमा रात को ज़कात देंदा है, रमज़ान के महीने रोज़े रखता है। पर धन गुरु गोबिंद सिंह जी महाराज कहते हैं, तुरा मन नादानम के यजदा शनास। श्री मुखवाक पातशाही 10वीं, तो खुदा शनास नहीं है, पखंडी है, झूठा है, फरेबी है। तेरा नमाज पढ़ना भी झूठ, तेरी कुरान की तलावत भी झूठ, तेरे रमज़ान के महीने च रखे रोज़े भी झूठ। तुरामन नादानम के यजदा शनास, बरामज़ा तो का रहा दिल खराश। तू वो कम कीते ने जिहदे नाल लोगां दे दिलां नूं खराश पहुंची है, तू लोगां दे दिलां नूं चोट पहुंचाई है। रब नाल जुड़िया होया मनुख लोगां दे दिलां नूं जोड़दा हुंदा है, तोड़दा नहीं हुंदा। तू ते कदम कदम दे उत्ते दिल तोड़े ने। तू पखंडी है, तू झूठा है, चलाक है, बाहरों कुछ होर पेश करदा है अपने आप नूं, अंदरों कुछ होर। हमू मर्द बायद शबद सुख नवर, न शिकमे दिगर दर्द हाने दिगर। असी उसनों ही मर्द मनदे हां, मनुख मनदे हां जो जबान दे च है, वही दिल दे च है, जो दिल दे च है वही जबान दे च है। तेरी जबान ते कुछ होर है, तेरे दिल दे च कुछ होर है। जिन मन होर मुख होर से कांडे कच्चे, ये कच्चे ने। चलाक मनुख बाहरों कुछ होर आउंदा है, अंदरों कुछ होर आउंदा है। हुण मैं अर्ज करा, चलाक मनुख हो सकता है संसार दे च बड़ी सफलता प्राप्त कर लवे, लेकिन धर्म की दुनिया च पछड़ जाएगा। भोला मनुख धर्म की दुनिया च बहुत अगे लंघ जाएगा, हो सकता है संसार दे च पछड़ जाए। ये भी मैं अर्ज करते हैं। भगत कबीर कहते हैं, चतराई ना चतर भुज पाए। चतराइयां नाल नहीं मिलता, चलाकियां नाल नहीं मिलता। चतराई न चतर भुज पाइए, रे जन मन माधो स्यों लाइए। कहत कबीर भगत कर पाया, भोले भाए मिले रगर। उते भोले भाव नाल मिलता। बावरा भोला, कबीर कहते ऐसा शब्द का तीर लगे है, भोला हो गया, अंदरों बाहरों एक हो गया। ईरानी सूफी संत हाफिज कहता है, सद जां फिदाए आं के जबानश दिलश यकेस्त। हज़ारां जिंदड़ियां उस मनुख तो कुर्बान कीतियां जा सकदियां, सदके कीतियां जा सकदियां जिहदी जबान ते दिल एक है। जो कहता है वही दिल दे च है, और जो दिल दे च है वही कहता है। जो बाहरों है वही अंदरों है, जो अंदरों है वही बाहरों है।
हर मनुख दे दो दो रूप ने। ये बाहरों मनुख दिखाई दे रहे, अंदरों नहीं। इस वास्ते ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ, ਇਹ ਗਊ ਤੂੰ ਗਊ ਬਣ ਜਾ, ਇਹ ਸ਼ੇਰ ਤੂੰ ਸ਼ੇਰ ਬਣ ਜਾ, ਇਹ ਖੋਤੇ ਤੂੰ ਖੋਤਾ ਬਣ ਜਾ। ਐਸਾ ਕਹਿਣ ਦੀ ਲੋੜ ਨਹੀਂ, ਉਹ ਤਾਂ ਹੈ ਨਹੀਂ ਖੋਤੇ। ਪਰ ਰੋਜ਼ ਕਹਿਣਾ ਪੈਂਦਾ ਹੈ ਬੰਦੇ ਤੂੰ ਬੰਦਾ ਬਣ ਜਾ, ਇਹ ਇਨਸਾਨ ਤੂੰ ਇਨਸਾਨ ਬਣ ਜਾ। ਕਿਉਂ? ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ, ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ, ਗਊ ਗਊ ਦੀ ਤਰ੍ਹਾਂ ਜੀ ਰਹੀ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ। फिर किस तरह जी रहा है? करतूत पशु की मानस जात, लोक पचारा करे दिन रात। कबीर कहते हैं भोला हो गया, अंदरों बाहरों एक हो गया। गूंगा हुआ बावरा, बहरा हुआ कान, कन्ना तो भी बहरा हो गया, हुण मैं व्यर्थ सुनदा भी नहीं, फिजूल दे बोल मैं सुनदा ही नहीं, मैं गलत गल कन दे अंदर जान ही नहीं देंदा। देखो कोई साढ़े घर दे कचरा सुट जाए, गंदगी सुट जाए, असी कहांगे असभ्य मनुख उहदे नाल लड़ भी सकते हैं। पर जो कन्नां दे राहीं गंदियां गल्लां साढ़े विच सुट जाए, असी बड़े शौक नाल सुणीए नहीं, फिर ये सावधानी नहीं है। कबीर कहंदे ने मैं सावधान हो गया, मैं व्यर्थ दीयां गल्लां सुणदा भी नहीं। गल खत्म। पाँव ते पिंगल भया मारिया सतगुरवान। इनू स्वामी रामानंद ने बसंत राग दे शब्द विच बड़े सोहणे ढंग नाल बयान कीता। ध्यान नाल सुनना। कत जाइए रे घर लागो रंग, मेरा चित ना चलत मन भयो पंग। मेरा मन पिंगला हो गया, पैर टुट गए ने, इहदी भटकना मिट गई है। मेरा चित ना चलत, नहीं चलता। पता है चंचल दे अर्थ की ने? चल 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 चल, हर वक्त ही चलता है। तन बैठा है तां भी मन चलता ही रहिंदा, चंचल है। चल चल चलता है, चलता है, चलता है, रुकदा ही नहीं, किते टिकदा ही नहीं। स्वामी रामानंद दा बसंत राग दा शब्द कहंदे ने मन मेरा पिंगला हो गया। कत जाइए रे घर लागो रंग, मेरा चित न चलत मन भयो भंग। एक दिवस मन भई उमंग, गस चंदन चोआ बहुत सुगंध। पूजन चाली ब्रह्म ठाए, सो ब्रह्म बतायो गुर मन ही माए। टिके होया मन सब कुछ समझ लैंदा है, भटकना जद मिट जाए। दो गल्लां धार्मिक जगत दे बिल्कुल गलत कहियां जांदियां ने, बई मन नूं शुद्ध करके गुरुद्वारे जाओ। गलत। इंज कहना चाहिए गुरुद्वारे जाओ ताकि मन शुद्ध होवे। पहले कित्थों शुद्ध कर लोगे, किवें कर लोगे? फिर दूजी गल करते हैं मन नूं एकाग्र करके बाणी पढ़ो। यकीन जानो इन्हों मन की समझ नहीं। इंज कहना चाहिए बाणी जपो ताकि मन एकाग्र हो। पहले कितों एकाग्र हो जाएगा जी? मन नूं एकाग्र करके बाणी पढ़ो। बिल्कुल गलत। इन्हां लोगों नूं मन की समझ ही नहीं है। बाणी जपो ताकि मन एकाग्र हो। मन नूं शुद्ध करके गुरुद्वारे जाओ। हद हो गई। इंज कहना चाहिए गुरुद्वारे जाओ ताकि मन शुद्ध हो। पहले किवें शुद्ध हो जाएगा? बिना सत्संग तो किवें जो है शुद्ध हो जाएगा? बिन भागा सत्संग न लभे, बिन संगत मैल भरी जे जियो। इतने मैला हो जाएगा उल्टा। खैर मुख्तसर जो है मैं अर्ज करा। कबीर कहते ने पाँव ते पिंगल भया मारिया सतगुरवान। ऐसा बाणी दा बाण लग्या है, पैरां तो पिंगला हो गया, भटकना मिट गई। इनू एक उर्दू दे माया नाज शायर ने इंज कह लो ठीका ही कीता होवेगा। जरूर इन्हां भगतां दे ख्याल उसने सुने होने ने, या चलो उसका अपना निजी अनुभव होवे। मिर्जा गालिब कहंदा है मेरे टूटे हुए पाए तलब का मुझ पे ऐसा है। कहंदा जिहड़ा मेरा पैर टुट गया है ना, इस टुटे पैर का मेरे ते बड़ा एहसान है। मैं इसका एहसान मनदा जो मेरा पैर टुट गया। हद हो गई। पैर टुट गया तो टुटे पैर का एहसान शुकराना पिया करदा है। अगे दसदा हो मेरे टूटे हुए पाए तलब का
मुझ पे ऐसा है तुम्हारे दर से अब उठकर कहीं जाया नहीं जाता। हुण मैं तेरे दर जोगा रह गया, किधरे जान जोगा रहा ही नहीं। मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। कहंदा गल खुदा तेरी समझ च आ गई है, पर की करा मैं बोल नहीं सकता, गूंगा, समझा नहीं सकता। बिसम बिसम बिस्मे ही भैया लाल गुलाल रंगारे, कहो नानक संतन रस आइए ज्यों चाक गूंगा। मुस्का